Hello, Sat Shri Akal, Namaskar. So we are doing Unit 2 Motion in a Plane 11th Physics. So we are talking about unit vector. What is a unit vector? Unit vector, as the name suggests, it is unit. Unit means one, something one. So unit always means one. So unit vector means which have magnitude equal to 1. So a vector divided by its magnitude. If there is a vector divided by its magnitude is called unit vector, and it is in the direction of the vector. So this vector is, so if you have a vector like this, then unit vector is this, so it is unit vector, and this is a vector. So a vector divided by this is divided by its magnitude, this is magnitude. So this is magnitude, modulus of vector A is called, this is called unit vector. This is for unit vector, and it is along the direction, so it is in the same direction as the vector itself. So unit vector ਉਸੇ ਵੈਕਟਰ ਦੀ ਦਿਸ਼ਾ ਵਿੱਚ ਹੁੰਦਾ ਤੇ ਇਹ ਵੈਕਟਰ ਨੂੰ ਉਹਦੇ ਮੈਗਨੀਟਿਊਡ ਨਾਲ ਡਿਵਾਈਡ ਕਰਕੇ ਪ੍ਰਾਪਤ ਕੀਤਾ ਜਾਂਦਾ। ਇਹਨੂੰ ਅਸੀਂ ਏ ਕੈਪ, ਏ ਕੈਰਟ ਜਾਂ ਏ ਹੈਟ ਕਹਿੰਦੇ ਆ। ਉੱਪਰ ਇੱਦਾਂ ਤਿਰਛੀ ਜੀ ਟੋਪੀ ਬਣਾ ਦਈ ਦੀ ਆ ਵੈਕਟਰ ਦੇ ਉੱਪਰ। ਜਦੋਂ ਆ ਇੱਦਾਂ ਪਾਇਆ ਹੁੰਦਾ ਇਹਦਾ ਮਤਲਬ ਹੁੰਦਾ ਯੂਨਿਟ ਵੈਕਟਰ ਆ। ਇਹਨੂੰ ਆਪਾਂ ਕੈਰਟ, ਕੈਪ ਜਾਂ ਹੈਟ ਕਹਿੰਦੇ ਆ, ਮਤਲਬ ਗਾਜਰ। ਕੈਰਟ, ਕੈਪ ਜਾਂ ਹੈਟ। ਸੋ ਇਹ ਅੱਖਰ ਵਰਤਦੇ ਆਪਾਂ, ਏ ਕੈਪ, ਏ ਕੈਰਟ, ਏ ਹੈਟ। ਸੋ ਜੋ ਮਰਜ਼ੀ ਜੋ ਤੁਹਾਨੂੰ ਸੌਖਾ ਲੱਗਦਾ ਤੁਸੀਂ ਕਹਿ ਸਕਦੇ ਹੋ। ਸੋ ਇਹ ਯੂਨਿਟ ਵੈਕਟਰ ਆ। ਸੋ ਯੂਨਿਟ ਵੈਕਟਰ ਇਹਦਾ ਮਤਲਬ ਕੀ ਹੋਇਆ? ਸੋ ਏ ਇਜ਼ ਇਕੁਅਲ ਟੂ ਏ ਓਵਰ ਏ। ਸੋ ਦਿਸ ਇਜ਼ ਯੂਨਿਟ ਵੈਕਟਰ। ਸੋ ਇਹ ਹਮੇਸ਼ਾ ਜਿਹੜਾ ਵੈਕਟਰ ਹੁੰਦਾ ਉਹਦਾ ਇੱਕ ਹਿੱਸਾ ਹੁੰਦਾ। ਵੀ ਉਹਨੂੰ ਇੱਕ ਸਬੂਤਾ ਲੈਣਾ ਹੋਵੇ, ਵੀ ਉਹਦੇ ਵਿੱਚੋਂ ਇੱਕ ਲੈਣਾ ਹੋਵੇ ਤਾਂ ਉਹ ਕਿੱਦਾਂ ਲਵਾਂਗੇ? ਉਹਨੂੰ ਅਸੀਂ ਯੂਨਿਟ ਵੈਕਟਰ ਕਹਿੰਦੇ ਹਾਂ। ਸੋ ਜਿਵੇਂ ਕਿ ਆਪਾਂ ਗੱਲ ਕਰ ਲਈਏ ਕਿ ਸਕੇਲ ਹੁੰਦੀ ਹੈ ਸਾਡੇ ਕੋਲ, ਉਹਦੇ 'ਚ 1 ਇੰਚ ਹੁੰਦਾ। ਮੰਨ ਲਓ 1 ਇੰਚ ਦੀ ਮੈਂ ਗੱਲ ਕਰ ਲੈਂਦਾ, 1 ਇੰਚ। ਦੈਨ ਉਹ ਜਿਹੜੇ ਉਹਦੇ ਟੋਟਲ ਕਿੰਨੇ ਇੰਚ ਬਣੇ, ਮੰਨ ਲਓ ਕਿ 10 ਇੰਚ ਹੈਗੇ ਆ। ਸੋ 10 ਇੰਚਾਂ ਦੇ ਵਿੱਚ ਜਿਹੜਾ 1 ਇੰਚ ਆ, 1 ਯੂਨਿਟ ਆ। ਸੋ ਦਿਸ ਇਜ਼ 1 ਯੂਨਿਟ। ਇਹ ਤੋਂ ਬਾਅਦ ਇਹਨਾਂ ਨੂੰ ਆਪਸ ਜੋੜੀ ਜਾਓ ਯੂ ਵਿਲ ਗੈਟ 2 ਇੰਚ। ਫਿਰ ਇੱਕ ਹੋਰ ਜੋੜ ਦਿਓ 3 ਇੰਚ, ਇੱਕ ਹੋਰ ਜੋੜ ਦਿਓ 4 ਇੰਚ, ਐਂਡ ਸੋ ਔਨ। ਮਤਲਬ ਆਹ ਜਿਹੜਾ ਹਿੱਸਾ ਵਾ ਇਹਨੂੰ ਕਿੰਨੀ ਵਾਰੀ ਨਾਲ ਜੋੜੀਏ ਉਸੇ ਡਾਇਰੈਕਸ਼ਨ ਵਿੱਚ ਤਾਂ ਕਿ ਅਸੀਂ ਉਹ ਵੈਕਟਰ ਪ੍ਰਾਪਤ ਕਰ ਲਈਏ। ਉਹਨੂੰ ਅਸੀਂ ਕਹਿੰਦੇ ਹਾਂ ਯੂਨਿਟ ਵੈਕਟਰ। ਮਤਲਬ ਆਹ ਵਾਲੇ ਵੈਕਟਰ ਨੂੰ ਅਸੀਂ ਕਿੰਨੀ ਵਾਰੀ ਨਾਲ ਜੋੜੀਏ ਕਿ ਸਾਡੇ ਕੋਲ ਉਹ ਵਾਲਾ ਵੈਕਟਰ ਆ ਜਾਵੇ। ਸੋ ਜਿੱਦਾਂ ਇੱਥੇ ਮੈਨੂੰ ਲੱਗਦਾ ਲਗਭਗ 3 ਵਾਰੀ ਇਹ ਜੇ ਮੈਂ ਲਵਾਂ ਰਫਲੀ ਆਈ ਫੀਲ ਇੱਥੋਂ ਦਿਖਦਾ ਪਿਆ ਕਿ 3 ਵਾਰੀ ਜੇ ਆਪਾਂ ਏ ਯੂਨਿਟ ਵੈਕਟਰ ਲੈਂਦੇ ਹਾਂ ਤਾਂ ਇਹ ਵੈਕਟਰ ਪੂਰਾ ਬਣ ਜਾਂਦਾ ਹੈਗਾ। ਸੋ ਇਹ ਇੱਕ ਯੂਨਿਟ ਆ, ਮਤਲਬ ਜਿਹਨੂੰ ਕਿੰਨੀ ਵਾਰੀ ਲੈ ਕੇ ਉਹ ਪੂਰਾ ਵੈਕਟਰ ਬਣ ਜਾਊਗਾ। ਸੋ ਦਿਸ ਇਜ਼ ਦਾ ਯੂਨਿਟ ਵੈਕਟਰ। ਸੋ ਇਹ ਮਤਲਬ ਹੈ ਇੱਥੇ ਯੂਨਿਟ ਵੈਕਟਰ ਦਾ। ਯੂਨਿਟ ਵੈਕਟਰ ਤੋਂ ਭਾਵ ਹੁੰਦਾ ਕਿ ਇਹਨੂੰ ਦੂਜੀ ਤਰ੍ਹਾਂ ਵੀ ਆਪਾਂ ਸਮਝ ਸਕਦੇ ਹਾਂ ਕਿ ਜਿੱਦਾਂ ਆਪਾਂ ਕੋਈ ਚੀਜ਼ ਖਰੀਦਦੇ ਹਾਂ ਤਾਂ ਉਹਦਾ ਆਪਾਂ ਯੂਨਿਟ ਦਾ ਮੁੱਲ ਪੁੱਛਦੇ ਹਾਂ ਆਪਾਂ। ਸੋ ਯੂਨਿਟ ਦਾ ਮੁੱਲ ਕੀ ਹੁੰਦਾ? ਜਿੱਦਾਂ 1 kg ਅਸੀਂ ਸੇ ਫਰੂਟ ਆ, ਸੋ 1 kg ਫਰੂਟ ਦਾ ਰੇਟ ਪੁੱਛਦੇ ਹਾਂ। ਸੋ ਇਸੇ ਰੇਟ, ਵਾਟ ਇਜ਼ ਦਾ ਰੇਟ? ਉਹ ਅਗਲਾ ਕਹਿੰਦਾ ਕਿ ਮੰਨ ਲਓ 50 ਰੁਪੀਜ਼ ਪਰ kg। ਅਗਲਾ ਤੁਹਾਨੂੰ ਇਹ ਚੀਜ਼ ਦੱਸਦਾ। ਸੋ ਰੇਟ ਜਿਹੜਾ ਹੈਗਾ ਉਹ 1 ਕਿੱਲੋ ਦਾ ਤੁਸੀਂ ਰੇਟ ਪੁੱਛਦੇ ਹੋ। ਤੁਸੀਂ ਪੁੱਛਦੇ ਹੋ ਇੱਕ ਕੱਪੜਾ ਹੈਗਾ 100 ਰੁਪਏ ਦਾ ਪਰ ਮੀਟਰ ਹੈਗਾ, 1 ਮੀਟਰ ਕੱਪੜਾ। ਸੋ ਕੱਪੜੇ ਦਾ ਰੇਟ ਤੁਸੀਂ ਪੁੱਛਦੇ ਹੋ। ਸੋ ਇਹ ਸਮਥਿੰਗ ਸਿਮਿਲਰ ਗੱਲ ਆ ਯੂਨਿਟ ਵੈਕਟਰ। ਸੋ ਯੂਨਿਟ ਵੈਕਟਰ ਵੀ ਉੱਦਾਂ ਦੀ ਗੱਲ ਆ। ਜਿੱਦਾਂ ਹੁਣ ਤੁਸੀਂ ਮੰਨ ਲਓ 5 ਕਿੱਲੋ ਚੀਜ਼ ਖਰੀਦ ਲਈ, 5 ਕਿੱਲੋ ਚੀਜ਼ ਤੁਹਾਨੂੰ ਕਿੰਨੇ ਦੀ ਮਿਲੀ? ਮੰਨ ਲਓ ਕਿ 500 ਰੁਪਏ ਦੀ ਮਿਲੀ। ਤਾਂ ਫਿਰ ਇਹਦਾ ਮਤਲਬ ਕਿ ਜਿਹੜਾ ਹੈਗਾ ਇਹਨੂੰ ਦੂਜੀ ਤਰ੍ਹਾਂ ਲਿਖ ਲਈਏ, 500 ਰੁਪਏ ਦੀ ਤੁਹਾਨੂੰ 5 ਕਿੱਲੋ ਚੀਜ਼ ਮਿਲੀ, 5 ਕਿੱਲੋ। ਤਾਂ ਇਹਦਾ ਮਤਲਬ ਪਰ kg ਤੁਹਾਨੂੰ ਕਿੰਨੇ ਦਾ ਪੈ ਗਿਆ? 100 ਰੁਪਏ ਪਰ kg ਪੈ ਗਿਆ, 100 ਰੁਪਏ ਪਰ kg। ਸੋ ਉਹਦਾ ਰੇਟ ਕੀ ਬਣਿਆ? ਸੋ ਰੇਟ, ਸੋ ਦਿਸ ਇਜ਼ ਫੋਰ ਯੂਨਿਟ। ਸੋ ਇਹ ਯੂਨਿਟ ਦੇ ਲਈ ਆ ਰੇਟ। ਸੋ ਰੇਟ ਫੋਰ ਯੂਨਿਟ। ਸੋ 500 ਰੁਪਏ ਪਰ 5 kg ਮੀਨਸ 100 ਰੁਪੀਜ਼ ਪਰ kg। ਸੋ ਇਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਜਿਹੜੀ ਇਹ ਚੀਜ਼ ਆ
भी 100 रुपये पर kg वाली गल आपां पैदा कर लईए इत्थों इहनूं डिवाइड करके, मतलब टोटल सी टोटल नूं उहदे मैगनीट्यूड नाल डिवाइड करके असीं रेट ते पहुंचे। समथिंग सिमिलर टू दिस कंसैप्ट यूनिट वैक्टर हुंदा वा कि सानूं एक दे बारे पता लग जाए असीं बाकी पता ला लांगे। सो यूनिट जिहड़ा हैगा वो हर वारी वखरा हो सकदा डिपेंडिंग अपॉन योर स्केल कि तुसीं ਉਹੀ ए वैक्टर ਨੂੰ इस ढंग ਨਾਲ सेम ਨੂੰ जे लिखदे हो तो फिर यूनिट वैक्टर एडा वड्डा हो जाएगा। सो दिस इज़ यूनिट वैक्टर। सो इट इज़ नॉट ऑलवेज कि भी यूनिट वैक्टर जिहड़ा वा वो सेम साइज़ ਦਾ ਹੀ ਹੋਊਗਾ, ਉਹ डिपेंड ਕਰੂਗਾ कि ਤੁਹਾਡੀ स्केल ਕਿੱਦਾਂ ਦੀ ਚੱਲਦੀ ਸੀ, ਉਹਦੇ ਵਿੱਚ यूनिट ਜਿਹੜਾ ਹੈਗਾ ਉਹ ਕਿਸ ਤਰ੍ਹਾਂ ਆਊਗਾ। सो यूनिट का मतलब ਜਿਹੜਾ ਵੈਕਟਰ ਹੈਗਾ ਬੇਸਿਕਲੀ ਤੁਸੀਂ ਉਹਨੂੰ ਉਹਦੇ ਮੈਗਨੀਟਿਊਡ ਦੇ ਨਾਲ ਡਿਵਾਈਡ ਕਰ ਦੇਣਾ ਤੇ ਤੁਹਾਡੇ ਕੋਲ यूनिट ਵੈਕਟਰ ਜਿਹੜਾ ਉਹ ਆ ਜਾਊਗਾ। ਇਹ ਬਹੁਤ ਇੰਪੋਰਟੈਂਟ ਕਨਸੈਪਟ ਹੁੰਦਾ ਆ। ਅਸੀਂ यूनिट ਵੈਕਟਰ ਦਾ ਕਨਸੈਪਟ ਐਕਸ ਵਾਈ ਐਕਸਿਸ ਦੇ ਵਿੱਚ ਵੀ ਜਦੋਂ ਲੈਂਦੇ ਹਾਂ ਤਾਂ ਉੱਥੇ ਵੀ ਅਸੀਂ ਇੱਕ यूनिट ਲੈਂਦੇ ਹਾਂ। सो वी कंसिडर दिस एज आई कैप एंड दिस एज जे कैप। सो मतलब जे इनू वाई एक्सिस तेनू एक्स मानते हैं तो इनू जे आप जैड मान लीए जैड, दैन वी हैव के कैप आल्सो। सो मतलब ये इन्हां दियां जिद्दां हुण आपां कहना भी 3 एक्स वाले पासे 3 कदम चले तो विल से 3i, असी वाई वाले पासे 2 कदम चले 2j, असी जैड वाले पासे 5 कदम चले 5k। सो ये फिर आपां मतलब टोटल की गलबात की, आपां 3 वारी आई वाले पासे नूं गए, 2 वारी जे वाले पासे नूं गए, 5 वारी के, मतलब यूनिट वैक्टर दे नाल लिख के असी गल पूरी कंप्लीट कर दिंदे आ ताकि डायरैक्शनस भी उहदे नाल जुड़ियां रहन। इसलिए यूनिट वैक्टर जिहड़ा हैगा इंपोर्टेंट हुंदा हैगा। सो यूनिट वैक्टर दा कंसैप्ट इज़ वेरी इंपोर्टेंट। सो आई थिंक इट इज़ वेरी मच क्लीयर कि वट इज़ यूनिट वैक्टर। सो यूनिट वैक्टर रिप्रजेंट्स द डायरेक्शन ऑफ द गिवन वैक्टर and its magnitude is 1 unit. So therefore if I say a cap magnitude it is equal to 1, so its magnitude is equal to 1. if I multiply say by ਜਿੱਦਾਂ ਉੱਥੇ ਆਪਣੇ ਕੋਲ 3 ਆਇਆ ਸੀ, ਇਹਨੂੰ ਆਪਾਂ 3 ਨਾਲ ਗੁਣਾ ਕਰ ਦਿੰਦੇ ਹਾਂ 3a, then it becomes a actual vector ਬਣ ਜਾਂਦਾ ਇਹ। सो जो भी ਉਹਦਾ मैगनीट्यूड ਹੋਊਗਾ, सो यू कैन से कि 3 ਦੀ ਥਾਂ 'ਤੇ ਕਿਉਂਕਿ ਮੈਨੂੰ ਪਤਾ ਨਹੀਂ, ਵੀ ਡੋਂਟ ਨੋ ਹਰ ਵਾਰੀ 3 ਤਾਂ ਨਹੀਂ ਆਉਣਾ, सो यू कैन से n इज़ सम नंबर। सो नंबर मल्टीप्लाइड बाय यूनिट वैक्टर गिव्स यू द टोटल वैक्टर, एक्चुअल वैक्टर की वैल्यू जी है यूनिट वैक्टर को उस नंबर नाल मल्टीप्लाई करके, सो सम नंबर नाल मल्टीप्लाई करके अपने को टोटल वैक्टर जोड़ा आ जाता। सो दिस इज़ हाउ यू हैव दिस यूनिट वैक्टर। सो यूनिट वैक्टर की है, यूनिट वैक्टर इज़ obtained by dividing the vector by its magnitude. So we obtain a unit vector and it is in the direction of the vector. So ये यूनिट वैक्टर दे नाल संबंधित गल सीगी। सो थैंक यू।